ਦੋ ਗੱਲਾਂ ਮਸ਼ਹੂਰ ਮੰਨੀਆਂ ਜਾਂਦੀਆਂ ਸੀ ਵੀ ਰਾਣਾ ਗੁਰਜੀਤ ਸਿੰਘ ਦੀ ਦੋਸਤੀ ਇੰਨੀ ਕੁ ਖਰੀ ਆ, ਜੇਕਰ ਦੋਸਤੀ ਪਾਉਂਦੇ ਆ ਤਾਂ ਧੁਰ ਤੱਕ ਨਿਭਾਉਂਦੇ ਆ, ਪਰ ਜੇਕਰ ਕਿਤੇ ਸਿਰ ਫਸ ਜਾਂਦਾ, ਕਿਤੇ ਦੁਸ਼ਮਣੀ ਨਿਭਾਉਣੀ ਪੈਂਦੀ ਹੈ ਤਾਂ ਉਹ ਵੀ ਪੂਰੀ ਤਰ੍ਹਾਂ ਨਿਭਾਉਂਦੇ ਆ। ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਾਂਗਰਸੀ ਉਮੀਦਵਾਰ ਉਹ ਤਰਲੇ ਕੱਢ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਸਾਨੂੰ ਟਾਈਮ ਦੇ ਦੇਣ, ਸਾਡੀ ਕੰਪੇਨਿੰਗ ਕਰਨ, ਸਾਡੀਆਂ ਰੈਲੀਆਂ ਕਰਨ, ਸਾਡੇ ਹਲਕਿਆਂ 'ਚ ਆਉਣ। ਪਰ ਰਾਣਾ ਗੁਰਜੀਤ ਸਿੰਘ ਇੱਕ ਇਹੋ ਜਿਹਾ ਸਟਾਈਲ ਦੇਖਿਆ ਤੁਸੀਂ ਤਾਂ ਜਿਹੜੇ ਕਪੂਰਥਲੇ ਵਿੱਚ ਬੋਰਡ ਲੱਗਿਆ ਉਹਦੇ ਵਿੱਚ ਫੋਟੋ ਉਡਾਤੀ ਪ੍ਰਧਾਨ ਸਾਹਿਬ ਦੀ। ਪ੍ਰਧਾਨ ਸਾਹਿਬ ਨੇ ਰਾਣੇ ਨੂੰ ਦਿਲ ਤੋਂ ਉਡਾਇਆ, ਰਾਣੇ ਨੇ ਬੋਰਡ ਤੋਂ ਉਡਾਤਾ। ਇਹਨੇ ਯੂਰਤ ਦਿਖਾ ਰਹੇ ਹੋ ਤੁਸੀਂ, ਕਿਉਂਕਿ ਚਾਹੇ ਸੀਐਮ ਲੈਵਲ ਦੇ ਉਮੀਦਵਾਰ ਵੀ ਹੋਣ ਪਹਿਲਾਂ, ਚਾਹੇ ਮੁੱਖ ਮੰਤਰੀ ਰਹੇ ਵੀ ਆ, ਉਹਨਾਂ ਵੱਲੋਂ ਵੀ ਇਦਾਂ ਦੇ ਐਲਾਨ ਨਹੀਂ ਕੀਤੇ ਜਾ ਰਹੇ ਜਿੱਡੇ ਤੁਸੀਂ ਕਰ ਰਹੇ ਹੋ। ਚਿੱਠੀ ਤਾਂ ਨਵਤੇਜ ਚੀਮਾ ਨੇ ਵੀ ਲਿਖੀ ਆ, ਚਿੱਠੀ ਤਾਂ ਬਲਵਿੰਦਰ ਸਿੰਘ ਢਾਲੀਵਾਲ ਨੇ ਫਗਵਾੜਾ ਤੋਂ ਵੀ ਲਿਖੀ ਆ। ਸੁਲਤਾਨਪੁਰ ਲੋਧੀ ਦੇ ਵਿੱਚ ਤੁਸੀਂ ਦਿਨ ਰਾਤ ਜਾ ਰਹੇ ਹੋ, ਕੀ ਹਲਕਾ ਫਗਵਾੜਾ ਜਾਓਗੇ? ਜੇ ਧਾਰੀਵਾਲ ਮੇਰੇ ਉਲਟ ਬੋਲੇਗਾ ਫਿਰ ਮੈਂ ਜਾਊਂ। ਮੈਂ ਧਾਰੀਵਾਲ ਸਾਹਿਬ ਨੂੰ ਵੀ ਕਹਾਂਗਾ ਕਿ ਭਾਈ ਮੇਰੇ ਨਾਲ ਦੁਸ਼ਮਣੀ ਪਾਉਣ ਦਾ ਕੋਈ ਫਾਇਦਾ ਨਹੀਂ, ਤੁਸੀਂ ਅੰਗਰੇਜ਼ ਕਰੋ, ਤੁਸੀਂ ਆਪਣਾ ਇਲੈਕਸ਼ਨ ਲੜੋ, ਜਿੱਤ ਕੇ ਆਓ, ਰਾਣੇ ਨੂੰ ਖੁਸ਼ੀ ਹੋ। ਜੇਕਰ ਹਲਕਾ ਫਗਵਾੜਾ ਦੀ ਗੱਲ ਕਰੀਏ, ਤੁਹਾਡੇ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਹੈਗੇ ਆ ਕਪੂਰਥਲਾ ਦੇ ਦਲਜੀਤ ਰਾਜੂ, ਉਹਨਾਂ ਦਾ ਤੁਹਾਡੇ ਕਾਂਗਰਸੀ ਲੀਡਰਾਂ ਵੱਲੋਂ ਜਿਹੜਾ ਕਿ ਥਾਣੇ ਦਾ ਘਿਰਾਓ ਕਰਕੇ ਉੱਤੇ ਪਰਚਾ ਕਰਾਇਆ ਗਿਆ ਹੈਗਾ, ਤੇ ਕਿਸ ਤਰ੍ਹਾਂ ਦੇ ਤੋਂ ਇਦਾਂ ਕਾਂਗਰਸ ਮੌਜੂਦ ਹੋ ਸਕਦੀ ਆ? ਇਹ ਤਾਂ ਹੁਣ ਧਾਰੀਵਾਲ ਸਾਹਿਬ ਦੱਸਣਗੇ ਕਿ ਵੀ ਜਿਹਨਾਂ ਤੇ ਪਰਚਾ ਕਰਾਇਆ ਉਹਦੇ ਨਾਲ ਚੱਲਣਗੇ ਕਿ ਨਹੀਂ ਚੱਲਣਗੇ। ਧਾਰੀਵਾਲ ਸਾਹਿਬ ਮੇਰੇ ਕੋਲ ਨਹੀਂ ਆਉਂਦੇ, ਆ ਕੇ ਬੇਨਤੀ ਨਹੀਂ ਕਰਦੇ। मैं यार अपने बेगानी शादी में अब्दुल्ला दीवाना, मैं कितना हो सकता यार, शादी हो दी आ मैं नची जावांगे अगे, ये नहीं होना। जिथे राणा उत्थे जाना। उन्होंने ये भी गल कहती है भी कहते हुण हौली हौली देखो हुंदा की आ भी नवतेज सिंह चीमे के रिश्तेदार आ वो भी छड्ड छड्ड के भज्जणगे, क्योंकि राणा गुरजीत सिंह का पैर इत्थे पै गया ते हुण लभेगा नहीं। तुहाडे सपोर्टर तां कहंदे भी उन्हां दे रिश्तेदार भी छड्ड छड्ड भज्जणगे। भज्जे ने दो रिश्तेदार अपने घर के ड्राइंग रूम च बह के सरबजीत इंस्पैक्टर नूं बुला के ਉਹਦਾ 7 ਲੱਖ ਸੌਦਾ ਕਰਾਇਆ। ਇਹ ਕਹਿੰਦਾ ਵੀ ਮੈਂ ਸਾਰੇ ਕੱਢ ਦੇਣੇ ਆ, ਰਾਣਾ ਰਾਜਾ ਰਾਣਾ ਰਹਿਣ ਨਹੀਂ ਦੇਣਾ। ਸੁਲਤਾਨਪੁਰ ਚ ਕਿਹਾ ਸੀ ਨਾ, ਤੇ ਰਾਣਾ ਸੁਲਤਾਨਪੁਰ ਚ ਗਿਆ। ਪਰ ਗੋਰਾ ਗਿੱਲ ਤਾਂ ਤੁਹਾਡੇ ਪੁੱਤਰਾ ਵਾਂਗ ਜਿੱਦਾਂ ਦਾ ਰਾਣਾ ਇੰਦਰ ਪ੍ਰਤਾਪ ਸਿੰਘ ਉੱਦਾਂ ਦਾ, ਕਿਉਂਕਿ ਮੈਂ ਦੇਖਿਆ ਅਕਸਰ ਇੱਥੇ ਆਉਂਦਾ ਸੀ, ਉਹ ਇੱਜ਼ਤ ਮਾਣ ਬੜਾ ਕਰਦਾ। ਪਰ ਹੁਣ ਤੁਸੀਂ ਵੱਜ ਗਏ ਆ ਪਾਰਟੀਆਂ ਦੇ ਵਿੱਚ ਤੇ ਭੁਲੱਥ ਦੇ ਵਿੱਚ ਜਾਓਗੇ ਜਾਂ ਕੀ ਹੋ ਸਕਦਾ? ਪਾਲ ਮੈਨੂੰ ਚੈਲੰਜ ਕਰੇ ਕਿ ਆ ਤੂੰ ਇੱਥੇ, ਫਿਰ ਤਾਂ ਮੇਰੀ ਮਜਬੂਰੀ ਹੋ ਜੂਗੀ, ਜਾਊਂਗਾ। ਜੇ ਚੈਲੰਜ ਨਹੀਂ ਕੀਤਾ ਤਾਂ ਮੇਰਾ ਧਰਮ ਨਹੀਂ ਬਣਦਾ। ਫਗਵਾੜਾ ਦੇ ਵਿੱਚ ਤੁਹਾਡਾ ਧੜਾ ਹੈਗਾ, ਉੱਥੇ ਵੀ ਹੈਗਾ ਆ ਭੁਲੱਥ ਦੇ ਵਿੱਚ, ਤੇ ਸੁਲਤਾਨਪੁਰ ਤਾਂ ਚਲੋ ਤੁਹਾਡਾ ਹੈਗਾ ਹੀ ਆ, ਸਾਰਾ ਦੇਖ ਰਿਹਾ। ਤੇ ਬਾਬਾ ਹੈਨਰੀ ਵੀ ਤੁਸੀਂ ਇਹ ਵੀ ਗੱਲ ਕਹਿਤੀ ਸੀ ਵੀ ਅਵਤਾਰ ਹੈਨਰੀ ਨੇ ਨਸ਼ਾ ਵੀ ਲੈ ਕੇ ਆਂਦਾ, ਤੁਸੀਂ ਬੜੇ ਵੱਡੇ ਬਿਆਨ ਜਾਰੀ ਕੀਤੇ ਸੀ। ਅਵਤਾਰ ਹੈਨਰੀ ਨੇ ਖੁਦ ਨਸ਼ਾ ਨਹੀਂ ਲੈਂਦਾ, ਲੇਕਿਨ ਨਸ਼ਾ ਅਵਤਾਰ ਹੈਨਰੀ ਦੇ ਹਲਕੇ 'ਚ ਨੌਰਥ ਦੇ ਵਿੱਚ ਅੱਜ ਤੋਂ 15-20 ਸਾਲ ਪਹਿਲਾਂ ਵਿਕਦਾ ਸੀ। ਜਦ ਤੱਕ ਥਾਪੀ MLA ਦੀ ਨਾ ਹੋਏ ਕੁਝ ਨਹੀਂ ਹੁੰਦਾ। ਜੇਕਰ ਆਪਾਂ ਰਾਣਾ ਗੁਰਜੀਤ ਸਿੰਘ ਦੀ ਗੱਲ ਕਰੀਏ, ਪਹਿਲਾਂ ਤਾਂ ਦੁਆਬੇ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਮਸ਼ਹੂਰ ਹੁੰਦੀ ਸੀ ਕਿ ਰਾਣਾ ਗੁਰਜੀਤ ਜੋ ਇੱਕ ਵਾਰੀ ਮਿੱਠ ਲੈਂਦੇ ਆ ਤੇ ਉਹ ਪਿੱਛੇ ਨਹੀਂ ਮੁੜਦੇ। ਦੋ ਗੱਲਾਂ ਮਸ਼ਹੂਰ ਮੰਨੀਆਂ ਜਾਂਦੀਆਂ ਸੀ ਵੀ ਰਾਣਾ ਗੁਰਜੀਤ ਸਿੰਘ ਦੀ ਦੋਸਤੀ ਇੰਨੀ ਕੁ ਖਰੀ ਆ, ਜੇਕਰ ਦੋਸਤੀ ਪਾਉਂਦੇ ਆ ਤਾਂ ਧੁਰ ਤੱਕ ਨਿਭਾਉਂਦੇ ਆ, ਪਰ ਜੇਕਰ ਕਿਤੇ ਸਿਰ ਫਸ ਜਾਂਦਾ, ਕਿਤੇ ਦੁਸ਼ਮਣੀ ਨਿਭਾਉਣੀ ਪੈਂਦੀ ਆ ਤਾਂ ਉਹ ਵੀ ਪੂਰੀ ਤਰ੍ਹਾਂ ਨਿਭਾਉਂਦੇ ਆ, ਜਿਸ ਦੀਆਂ ਤੁਸੀਂ ਸਾਰੇ ਪਾਸੇ ਚਰਚਾਵਾਂ ਸੁਣ ਰਹੇ ਆ। ਪਹਿਲਾਂ ਦੁਆਬੇ ਦੇ ਵਿੱਚ ਗੱਲਾਂ ਸੀ, ਹੁਣ ਪੂਰਾ ਪੰਜਾਬ ਹਲਕਾ ਸੁਲਤਾਨਪੁਰ ਲੋਧੀ ਦੀ ਸੀਟ ਤੇ ਨਜ਼ਰਾਂ ਟਿਕਾਈ ਬੈਠਾ ਆ। ਬੀਤੇ ਦਿਨ ਤੁਸੀਂ ਦੇਖਿਆ ਵੀ ਸਰਪੰਚਾਂ ਦੇ ਸਰਪੰਚ ਸਾਰੇ ਜਿਹੜੇ ਕਿ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਦੇ ਹੱਕ ਵਿੱਚ ਆਏ ਸੀ। ਉਸ ਤੋਂ ਬਾਅਦ ਜਿਹੜਾ ਕਿ 10 ਕੌਂਸਲਰ ਜਿਹੜੇ ਪਹਿਲਾਂ ਨਵਤੇਜ ਚੀਮਾ ਦੇ ਖਾਸ ਮੰਨੇ ਜਾਂਦੇ ਸੀ, ਉੱਥੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਤੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਆ, ਉਹ ਵੀ ਸਾਰੇ ਨਵਤੇਜ ਚੀਮਾ ਨੂੰ ਛੱਡ ਕੇ ਜਿਹੜਾ ਕਿ ਰਾਣਾ ਗੁਰਜੀਤ ਦਾ ਉਹਨਾਂ ਨੇ ਹੱਥ ਫੜ ਲਿਆ ਆ। ਰਾਣਾ ਜੀ, ਕੀ ਮੰਨਿਆ ਜਾਵੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹ ਤਾਂ ਸਾਰੇ ਇਹੀ ਗੱਲ ਮੀਡੀਆ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ, ਕਹਿੰਦੇ ਵੀ ਅਸੀਂ ਸ਼ਾਇਦ ਨਾ ਵੀ ਆਉਂਦੇ, ਪਰ ਜਿਹੜੇ ਹਲਕਾ ਸੁਲਤਾਨਪੁਰ ਦੇ ਵੋਟਰ ਹੈਗੇ ਆ ਜਿਹੜੇ ਉਹ ਸਾਨੂੰ ਬਾਰ-ਬਾਰ ਪ੍ਰੈਸ਼ਰਾਈਜ਼ ਕਰ ਰਹੇ ਸੀ ਵੀ ਰਾਣਾ ਵੀ ਤੁਸੀਂ ਰਾਣੇ ਦੀ ਸਪੋਰਟ ਕਰੋ। ਉਹ ਕਹਿੰਦੇ ਸਾਨੂੰ ਮਜਬੂਰ ਹੋ ਕੇ ਰਾਣਾ ਗੁਰਜੀਤ ਦੀ ਸਪੋਰਟ ਕਰਨੀ ਪੈ ਰਹੀ ਹੈ। ਦੇਖੋ, ਜਿਹੜੇ 10 ਕੌਂਸਲਰ ਪ੍ਰਧਾਨ ਇੰਪਰੂਵਮੈਂਟ ਟਰਸਟ ਦਾ ਪ੍ਰਧਾਨ, ਉਹਨਾਂ ਨੇ ਰਾਤ ਨੂੰ ਸਾਨੂੰ 3-3:30 ਵਜੇ ਜੁਆਇਨ ਕੀਤਾ ਔਰ ਉਹਨਾਂ ਨੇ ਮਿੱਥ ਲਿਆ ਲਾ ਕਿ ਮੈਂ ਇੱਕ ਸ਼ਾਦੀ 'ਤੇ ਗਿਆ ਸੀ ਲੁਧਿਆਣੇ ਤੇ ਮੈਂ 2-2:30 ਵਜੇ ਆਇਆ। ਉਹ ਇੰਤਜ਼ਾਰ ਕਰ ਰਹੇ ਸੀ ਕਿ ਜੁਆਇਨ ਕਰਨਾ ਔਰ ਅੱਜ ਹੀ ਜੁਆਇਨ ਕਰਨਾ। ਕਾਰਨ ਉਹਦਾ ਇਹ
ਕਿ ਇੱਕ ਤਾਂ ਪਿੰਡਾਂ ਦੇ ਵਿੱਚ ਵਨ ਸਾਈਡਡ ਰਾਣਾ ਇੰਦਰ ਪ੍ਰਤਾਪ ਨੂੰ ਸਪੋਰਟ ਮਿਲ ਰਹੀ ਆ। ਦੂਸਰੀ ਗੱਲ, ਉਹ ਹਵਾ ਪਿੰਡਾਂ ਦੀ ਜਿਹੜੀ ਸੀ ਉਹ ਸ਼ਹਿਰ 'ਚ ਵੀ ਆਈ, ਲੋਕ ਆਉਂਦੇ ਆ ਅਤੇ ਉਹਨਾਂ ਦਾ ਜਿਹੜੇ ਵਰਕਰ ਆ, ਉਹਨਾਂ ਦੇ ਜਿਹੜੇ ਵੋਟਰ ਨੇ, ਉਹਨਾਂ ਨੇ ਆਪਣੇ MCA ਨੂੰ ਦੱਸਿਆ ਕਿ ਜੇ ਤੁਸੀਂ ਨਹੀਂ ਚੱਲੋਗੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਨਾਲ ਤਾਂ ਅਸੀਂ ਸਿੱਧੇ ਚੱਲ ਜਾਣਾ। ਸੋ ਪ੍ਰੈਸ਼ਰ ਲੀਡਰ ਤੇ ਹੁੰਦਾ। ਤੇ ਇੱਕ ਤਾਂ ਇਹ ਗੱਲ ਸੀ। ਦੂਸਰਾ, ਸਰਦਾਰ ਨਵਤੇਜ ਸਿੰਘ ਚੀਮੇ ਨੇ, ਇਹ ਸਾਰੇ ਹੀ ਬੜੇ ਸਤਾਏ ਹੋਆ। ਕਦੇ ਤੁਸੀਂ ਪੰਜਾਬ ਦੀ ਹਿਸਟਰੀ 'ਚ ਨਹੀਂ ਸੁਣਿਆ ਹੋਣਾ ਕਿ ਕਿਸੇ ਬੰਦੇ ਨੂੰ, ਚਾਹੇ ਸਰਪੰਚੀ ਦੀ ਗੱਲ ਕਰੀਏ, ਚਾਹੇ ਆਪਾਂ ਨਗਰ ਕੌਂਸਲ ਦੀ ਗੱਲ ਕਰ ਲਈਏ, ਕਿ ਕਦੇ ਕਿਸੇ ਨੇ ਟਿਕਟਾਂ ਦੇਣ ਲਈ ਬਲੈਂਕ ਚੈੱਕ ਜਾਂ ਬਲੈਂਕ ਐਫੀਡੇਵਿਟ ਨਹੀਂ ਲਏ ਹੋਣਗੇ। ਸੁਲਤਾਨਪੁਰ ਦੇ ਵਿੱਚ ਲੋਕਾਂ ਨੇ, MCA ਨੇ, ਮੋਤਬਰ ਲੀਡਰ ਨੇ ਸਾਡੇ, ਉਹਨਾਂ ਦੀ ਸ਼ਿਕਾਇਤ ਸੀ ਕਿ ਅਸੀਂ ਤਾਂ ਦਬਿਸ਼ ਦੇ ਵਿੱਚ ਇੰਨੇ ਸਾਲ ਕੱਟ ਦਿੱਤੇ। ਟਿਕਟ ਲਈ ਬਲੈਂਕ ਚੈੱਕ ਦੇਣੇ ਪਏ, ਬਲੈਂਕ ਐਫੀਡੇਵਿਟ ਦੇਣੇ ਪਏ। ਯਾਰ ਇਹ ਡੈਮੋਕ੍ਰੇਸੀ ਹੈ। ਅੱਜ ਉਹ ਸ਼ਿਕਾਇਤ ਕਰਨ ਲੱਗਿਆ। ਪਰ ਰਾਣਾ ਜੀ, ਇਹ ਉਹਨਾਂ ਲਈ ਵਿਚਾਰਾਂ ਲਈ ਔਖੀ ਘੜੀ ਨਹੀਂ ਆ ਗਈ? ਉਹਨਾਂ ਨੂੰ ਖਤਰਾ ਨਹੀਂ ਹੈਗਾ? ਜਿਵੇਂ ਬਲੈਂਕ ਚੈੱਕ ਦਿੱਤੇ ਆ, ਮੰਨ ਲਓ ਜੇ ਜਿਵੇਂ ਤੁਸੀਂ ਕਹਿੰਦੇ ਹੋ, ਜੋ ਬੈਂਕ ਦੇ ਵਿੱਚ ਲਾ ਦਿੰਦੇ ਜਾਂ ਉਹਨਾਂ ਦੇ ਲੋਕ ਲਾ ਦਿੰਦੇ ਆ, ਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਕੋਈ ਲਾਸ ਦਾ ਸਾਹਮਣਾ ਤਾਂ ਨਹੀਂ ਕਰਨਾ ਪਊਗਾ? ਰਾਣਾ ਖੜਾ ਨਾਲ ਉਹਨਾਂ ਦੇ। ਗੱਲ ਆ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਉੱਥੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਰੇਆਮ ਇੱਕ ਗੱਲ ਕਹੀ ਆ ਕਿ ਜ਼ਿੰਮੇਵਾਰੀ ਮੇਰੀ। ਜਦ ਤੁਸੀਂ ਮੇਰੀ ਸਪੋਰਟ ਕਰਨ ਜਾ ਰਹੇ ਹੋ ਤੇ ਜੇ ਤੇਜੀ ਸਾਹਿਬ ਨੇ ਉਹ ਭਰ ਕੇ ਲਾਉਣੇ ਆ ਜਾਂ ਲਾਉਣੇ ਆ ਕਿਤੇ, ਉਹ ਪੂਰੀ ਰਕਮ ਰਾਣਾ ਇੰਦਰ ਪ੍ਰਤਾਪ ਸਿੰਘ ਭਰੇਗਾ, ਭਾਵੇਂ ਜਿੰਨੇ ਮਰਜ਼ੀ ਪੈਸੇ ਹੋਣ। ਇਹ ਯਾਰ ਅਗਲੇ ਦੀ ਮਰਜ਼ੀ ਆ, ਜਿੰਨੇ ਭਰ ਲਏ ਭਰ ਕੇ ਦੇਖੇ। ਰਾਣਾ ਜੀ, ਇਸ ਵੇਲੇ ਬੜਾ ਯੁਰਤ ਦਿਖਾ ਰਹੇ ਹੋ ਤੁਸੀਂ, ਕਿਉਂਕਿ ਚਾਹੇ CM ਲੈਵਲ ਦੇ ਉਮੀਦਵਾਰ ਵੀ ਹੋਣ ਪਹਿਲਾਂ, ਚਾਹੇ ਮੁੱਖ ਮੰਤਰੀ ਰਹੇ ਵੀ ਆ, ਉਹਨਾਂ ਵੱਲੋਂ ਵੀ ਇਦਾਂ ਦੇ ਐਲਾਨ ਨਹੀਂ ਕੀਤੇ ਜਾ ਰਹੇ ਜਿਹੜੇ ਤੁਸੀਂ ਕਰ ਰਹੇ ਹੋ। ਤੁਸੀਂ ਸਾਰੇ ਜਿਹੜੇ MLA ਇਲੈਕਸ਼ਨ ਲੜ ਰਹੇ ਆ ਉਮੀਦਵਾਰ, ਚਾਹੇ ਬਾਬਾ ਹੈਨਰੀ ਆ, ਬਲਵਿੰਦਰ ਸਿੰਘ ਢਾਲੀਵਾਲ ਆ, ਸੁਖਪਾਲ ਖਹਿਰਾ ਆ, ਉਹਨਾਂ ਨੂੰ ਵੀ ਤੁਸੀਂ ਜਿੱਦਾਂ ਦਾ ਉਹਨਾਂ ਦਾ ਸਵਾਲ ਹੁੰਦਾ ਉਦੋਂ ਦੁੱਗਣਾ ਜਵਾਬ ਤੁਸੀਂ ਮੋੜਦੇ ਹੋ। ਹੁਣ ਤੁਸੀਂ ਥਾਪੀ ਮਾਰ ਚੁੱਕੇ ਹੋ। ਤੁਸੀਂ ਕਿਹਾ ਵੀ ਹੁਣ ਤਾਂ ਆਰ ਪਾਰ ਲੜਾਈ ਹੈ। ਪਹਿਲਾਂ ਤੁਸੀਂ ਚੈਲੰਜ ਕੀਤਾ ਸੀ ਭਾਵੇਂ ਮੇਰੇ ਹਲਕੇ ਦੇ ਵਿੱਚ ਆ ਜਾਓ। ਹੁਣ ਤੁਸੀਂ ਕਹਿ ਰਹੇ ਹੋ ਵੀ ਸੁਖਪਾਲ ਖਹਿਰਾ ਨਹੀਂ ਜਿੱਤ ਰਿਹਾ, ਬਲਵਿੰਦਰ ਸਿੰਘ ਢਾਲੀਵਾਲ ਨਹੀਂ ਜਿੱਤ ਰਿਹਾ। ਤੁਸੀਂ ਇਹ ਵੀ ਤੁਹਾਡੇ ਬਿਆਨ ਸੁਣਿਆ ਵੀ ਬਾਬਾ ਹੈਨਰੀ ਨਹੀਂ ਜਿੱਤ ਰਹੇ। ਤੇ ਤੁਹਾਨੂੰ ਲੱਗਦਾ ਨਹੀਂ ਜੇਕਰ ਇਹ ਨਹੀਂ ਜਿੱਤ ਰਹੇ ਤਾਂ ਸਰਕਾਰ ਕਿੱਦਾਂ ਬਣੇਗੀ? ਹਾਈ ਕਮਾਂਡ ਕੋ ਸੋਚਣਾ ਚਾਹੀਦਾ, ਜਾਂ ਰਾਣਾ ਗੁਰਜੀਤ ਸਿੰਘ ਦੀ ਸਾਰੀ ਦੁਨੀਆ ਇਸ ਗੱਲ ਦੀ ਗਵਾਹ, ਤੁਹਾਡੇ ਸਾਰੇ ਪਾਸੇ ਪੈਰ ਪਸਾਰੇ ਹੋਏ ਆ। ਫਗਵਾੜਾ ਦੇ ਵਿੱਚ ਤੁਹਾਡਾ ਧੜਾ ਹੈਗਾ, ਉੱਥੇ ਵੀ ਹੈਗਾ ਆ, ਭਲੱਥ ਦੇ ਵਿੱਚ, ਤੇ ਸੁਲਤਾਨਪੁਰ ਤਾਂ ਚਲੋ ਤੁਹਾਡਾ ਹੈਗਾ ਹੀ ਆ, ਸਾਰਾ ਦੇਖ ਰਿਹਾ। ਤੇ ਬਾਬਾ ਹੈਨਰੀ ਵੀ, ਤੁਸੀਂ ਇਹ ਵੀ ਗੱਲ ਕਹਿਤੀ ਸੀ ਵੀ ਅਵਤਾਰ ਹੈਨਰੀ ਨੇ ਨਸ਼ਾ ਵੀ ਲੈ ਕੇ ਆਂਦਾ। ਤੁਸੀਂ ਬੜੇ ਵੱਡੇ ਬਿਆਨ ਜਾਰੀ ਕੀਤੇ ਸੀ। ਦੇਖੋ, ਉਹਦੇ ਵਿੱਚ ਕਿਸੇ ਹੱਦ ਤਾਈਂ ਗੱਲ ਸਹੀ ਆ। ਅਵਤਾਰ ਹੈਨਰੀ ਨੇ ਖੁਦ ਨਸ਼ਾ ਨਹੀਂ ਲਿਆਂਦਾ, ਲੇਕਿਨ ਨਸ਼ਾ ਅਵਤਾਰ ਹੈਨਰੀ ਦੇ ਹਲਕੇ 'ਚ ਨਾਰਥ ਦੇ ਵਿੱਚ ਅੱਜ ਤੋਂ 15-20 ਸਾਲ ਪਹਿਲਾਂ ਵਿਕਦਾ ਸੀ। ਪਰ ਪੁਲਿਸ ਵਾਲੇ ਗਵਾਹ ਇਸ ਗੱਲ ਦੇ। ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਨਸ਼ੇ ਦੀਆਂ ਡਿਸਕਸ਼ਨ ਹੁੰਦੀ ਸੀ ਤਾਂ ਉਹ ਕਹਿੰਦੇ ਵੀ ਨਾਰਥ ਹਲਕੇ 'ਚ ਮਦਰਾਸੀ ਕਲੋਨੀ ਹੈ, ਇੱਕ ਮਦਰਾਸੀ, ਉੱਥੋਂ ਸ਼ੁਰੂ ਹੋਇਆ ਕੰਮ। ਔਰ ਪੈਟਰਨੇਜ ਆਫ ਕੋਰਸ ਜਦ ਤਾਈਂ ਥਾਪੀ MLA ਦੀ ਨਾ ਹੋਏ ਕੁਛ ਨਹੀਂ ਹੁੰਦਾ। ਲੇਕਿਨ ਹੁਣ ਜਿੱਥੇ ਤਾਈਂ ਗੱਲ ਕਰੀਏ ਜਿਤਾਉਣ ਦੀ, ਤਾਂ ਮੈਂ ਕਿਉਂ ਨਹੀਂ ਚਾਹਾਂਗਾ ਵੀ ਕਾਂਗਰਸ ਜਿੱਤੇ। ਮੈਂ ਚਾਹਾਂਗਾ ਕਾਂਗਰਸ ਜਿੱਤੇ, ਮੈਂ ਚਾਹਾਂਗਾ ਜੂਨੀਅਰ ਹੈਨਰੀ ਜਿੱਤੇ। ਮੈਂ ਚਾਹਾਂਗਾ ਕਿ ਵੀ ਦੇਖੋ ਹੁਣ ਲੋਕ ਜਿੱਥੇ ਜਿਹਨੂੰ ਕਾਂਗਰਸ ਨੇ ਟਿਕਟ ਦਿੱਤੀ, ਜਿੱਥੇ ਜਿੱਥੇ ਦਿੱਤੀ ਆ, ਉਹ ਵੀ ਜਿੱਤ ਕੇ ਆਉਣ। ਹੁਣ ਜਿੱਤਣਾ ਤਾਂ ਉਹਨਾਂ ਨੇ ਆਪਣੇ ਕੀਤੇ ਕਰਮਾਂ ਨਾਲ ਆ। ਜੇਕਰ ਆਪਾਂ ਗੱਲ ਕਰੀਏ ਜਿੱਦਾਂ ਦਾ ਤੁਹਾਡਾ ਸੁਭਾਅ ਆ, ਤੁਹਾਡੇ ਮੈਂ ਵਰਕਰਾਂ ਨਾਲ ਗੱਲ ਕੀਤੀ, ਸੁਲਤਾਨਪੁਰ ਲੋਧੀ ਗਿਆ ਸੀ, ਉੱਥੇ ਬਹੁਤ ਸਾਰੇ ਸਰਪੰਚ ਵੀ ਸੀਗੇ, ਕੌਂਸਲਰ ਵੀ ਸੀਗੇ, ਉਹ ਵੀ ਸਿੱਧੋ ਸਿੱਧਾ ਕਹਿ ਰਹੇ ਆ। ਉਹ ਕਹਿੰਦੇ ਵੀ ਜਿੱਥੇ ਰਾਣਾ ਉੱਥੇ ਜਾਣਾ। ਉਹਨਾਂ ਨੇ ਇਹ ਵੀ ਗੱਲ ਕਹਿਤੀ ਆ ਵੀ ਕਹਿੰਦੇ ਹੁਣ ਹੌਲੀ ਹੌਲੀ ਦੇਖੋ ਹੁੰਦਾ ਕੀ ਆ, ਵੀ ਨਵਤੇਜ ਸਿੰਘ ਚੀਮੇ ਦੇ ਰਿਸ਼ਤੇਦਾਰ ਆ ਉਹ ਵੀ ਛੱਡ ਕੇ ਭੱਜਣਗੇ, ਕਿਉਂਕਿ ਰਾਣਾ ਗੁਰਜੀਤ ਸਿੰਘ ਦਾ ਪੈਰ ਇੱਥੇ ਪੈ ਗਿਆ ਤੇ ਹੁਣ ਉਹ ਲੱਭੇਗਾ ਨਹੀਂ। ਤੇ ਦੂਜੀ ਗੱਲ, ਤੁਸੀਂ ਬਿਆਨ ਜਾਰੀ ਕਰ ਰਹੇ ਹੋ, ਪ੍ਰੈਸ ਕਾਨਫਰੰਸਾਂ ਕਰ ਰਹੇ ਹੋ, ਤੇ ਨਵਤੇਜ ਚੀਮੇ ਦਾ ਅਜੇ ਤੱਕ ਕੋਈ ਬਿਆਨ ਵੀ ਸੁਣਨ ਨੂੰ ਨਹੀਂ ਮਿਲਿਆ, ਕੋਈ ਪ੍ਰੈਸ ਨੋਟ ਨਹੀਂ ਮਿਲਿਆ। ਦੇਖੋ, ਨਵਤੇਜ ਚੀਮੇ ਨੇ ਮੈਨੂੰ ਅੰਕਲ ਕਹਿਤਾ, ਉਹ ਮੇਰਾ ਪੁੱਤਰ ਹੈ, ਉਹਨੂੰ ਵੀ ਜ਼ੋਰ ਪੂਰਾ ਲਾਉਣਾ ਚਾਹੀਦਾ। ਦੂਜੇ ਬੰਨੇ ਯਾਰ ਮੇਰਾ ਆਪਣਾ ਬੇਟਾ, ਇਹ ਵੀ ਜ਼ੋਰ ਲਾ ਰਿਹਾ। ਸੋ ਨਵਤੇਜ ਚੀਮੇ ਨੇ ਅਗਰ ਚਿੱਠੀ ਨਾ ਲਿਖੀ ਹੁੰਦੀ ਤਾਂ ਮੇਰੇ ਤੇ ਬੜੀ ਵੱਡੀ ਬਾਈਂਡਿੰਗ ਪਾਰਟੀ ਵੱਲੋਂ ਵੀ, ਔਰ ਮੇਰੀ ਜ਼ਿੰਮੇਵਾਰੀ ਵੀ ਬਣਦੀ ਸੀ ਐਥਿਕਸ ਦੇ ਅਗੇਂਸਟ ਕਿਸੇ ਦੇ ਹਲਕੇ 'ਚ ਜਾਣਾ
ਇਹ ਐਥਿਕਸ ਦੇ ਅਗੇਂਸਟ ਹੈ। ਲੇਕਿਨ ਉਹਨੇ ਮੈਨੂੰ ਖੁਦ ਇਨਵਾਈਟ ਕੀਤਾ, ਉਹ ਕਹਿੰਦਾ ਉਹਨੂੰ ਪਾਰਟੀ 'ਚੋਂ ਕੱਢ ਦਿਓ। ਮੈਂ ਕਿਹਾ ਤੈਨੂੰ ਮੈਂ ਹਲਕੇ 'ਚੋਂ ਕੱਢ ਦੂੰ। ਤੁਹਾਡੇ ਸਪੋਰਟਰ ਤਾਂ ਕਹਿੰਦੇ ਆ ਵੀ ਉਹਨਾਂ ਦੇ ਰਿਸ਼ਤੇਦਾਰ ਵੀ ਛੱਡ ਭੱਜਣਗੇ। ਭੱਜੇ ਨੇ 2 ਰਿਸ਼ਤੇਦਾਰ, ਇੱਕ ਸਰਦਾਰ ਨਤੇਜ ਸਿੰਘ ਚੀਮੇ ਦੇ ਪਿੰਡ ਦਾ ਬੰਦਾ, ਰੇਪ ਦਾ ਪਰਚਾ ਉੱਤੇ ਕਰਾਇਆ, ਉਹਨੂੰ ਡਰਾਇਆ, ਧਮਕਾਇਆ, ਆਪਣੇ ਘਰ ਦੇ ਡਰਾਇੰਗ ਰੂਮ 'ਚ ਬਹਿ ਕੇ ਸਰਬਜੀਤ ਇੰਸਪੈਕਟਰ ਨੂੰ ਬੁਲਾ ਕੇ ਉਹਦਾ 7 ਲੱਖ 'ਚ ਸੌਦਾ ਕਰਾਇਆ। ਔਰ ਉਹ ਗਰੀਬ 1 ਏਕੜ ਦਾ ਮਾਲਕ ਹੈ, ਮਜ਼ਦੂਰੀ ਕਰਦਾ। ਦੁੱਖ ਆਇਆ ਮੈਨੂੰ, ਬਹੁਤ ਅਫਸੋਸ ਹੋਇਆ ਕਿ ਐਮਐਲਏ ਇਸ ਗੱਲ ਲਈ ਬਣਦੇ ਆ, ਐਮਐਲਏ ਲੋਕਾਂ ਨੂੰ ਰਾਹਤ ਦੇਣ ਲਈ ਬਣਦੇ ਆ। ਐਮਐਲਏ ਕੋਈ ਦਲਾਲ ਆ? ਐਮਐਲਏ ਇੰਸਪੈਕਟਰ ਨੂੰ ਕਹੇ ਕਿ ਇਹਨੂੰ 7 ਲੱਖ ਰੁਪਈਆ ਦੇ ਦੇ, ਅਸੀਂ ਤਾਂ ਲੋਕਾਂ ਦੇ ਪੈਸੇ ਮੁੜਾਈਦੇ ਆ। ਸੋ ਮੈਨੂੰ ਦੁੱਖ ਬੜਾ ਹੋਇਆ, ਅਫਸੋਸ ਵੀ ਹੋਇਆ। ਚਲੋ ਕੋਈ ਗੱਲ ਨਹੀਂ। ਔਰ ਉਹ ਬੰਦੇ ਨੇ 4 ਲੱਖ ਰੁਪਈਏ ਦੇ ਗਹਿਣੇ ਜਿਹੜੇ ਆਪਣੀਆਂ ਬੇਟੀਆਂ ਲਈ, ਜਵਾਨ ਬੇਟੀਆਂ, ਉਹਨਾਂ ਲਈ ਇਕੱਠੇ ਕੀਤੇ ਸੀ। ਕਹਿੰਦਾ 2 ਲੱਖ ਦੇ ਇੱਕ ਨੂੰ ਪਾਉਣੇ ਸੀ, 2 ਲੱਖ ਦੇ ਦੂਜੇ ਨੂੰ। 1.5 ਲੱਖ ਰੁਪਈਆ ਦਾ ਬੈਂਕ 'ਚ ਪਿਆ ਸੀ। 1.5 ਲੱਖ ਰੁਪਈਆ ਉਹਨੇ ਕਰਜ਼ਾ ਲੈ ਕੇ 7 ਲੱਖ ਰੁਪਈਆ ਉਹ ਕਹਿ ਰਿਹਾ, ਵੀਡੀਓ ਆ, ਕਹਿੰਦਾ ਵੀ ਮੈਂ ਚਿੱਟੇ ਲਿਫਾਫੇ 'ਚ ਪਾ ਕੇ ਦਿੱਤਾ। ਯਾਰ ਇਦੋਂ ਦੁਖਦਾਈ ਕੋਈ ਗੱਲ ਹੋ ਸਕਦੀ ਆ? ਕੀ ਆਪਾਂ ਲੋਕਾਂ ਨੂੰ ਕੁੱਟਣ ਲੁੱਟਣ ਲਈ ਐਮਐਲਏ ਬਣਦੇ ਆ? ਕੋਈ ਮੇਰੇ ਬਾਰੇ ਦੱਸੇ ਕਿਸੇ ਤੋਂ ਮੈਂ ਇੱਦਾਂ ਪੈਸੇ ਲਏ ਹੋਣ। ਚਿੱਠੀ ਤਾਂ ਨਵਤੇਜ ਚੀਮਾ ਨੇ ਵੀ ਲਿਖੀ ਆ, ਚਿੱਠੀ ਤਾਂ ਬਲਵਿੰਦਰ ਸਿੰਘ ਢਾਲੀਵਾਲ ਨੇ ਫਗਵਾੜਾ ਤੋਂ ਵੀ ਲਿਖੀ ਆ। ਸੁਲਤਾਨਪੁਰ ਲੋਧੀ ਦੇ ਵਿੱਚ ਤੁਸੀਂ ਦਿਨ ਰਾਤ ਜਾ ਰਹੇ ਹੋ, ਕੀ ਹਲਕਾ ਫਗਵਾੜਾ ਜਾਓਗੇ? ਦੇਖੋ ਗੱਲ ਇਹ ਆ, ਜੇ ਧਾਰੀਵਾਲ ਮੇਰੇ ਉਲਟ ਬੋਲੇਗਾ ਫਿਰ ਮੈਂ ਜਾਊਂਗਾ। ਚਿੱਠੀ ਲਿਖੀ, ਲਿਖਣ ਦੇ ਬਾਅਦ ਉਹਨੂੰ ਟਿਕਟ ਨਹੀਂ ਮਿਲਣੀ ਸੀ, ਮਿਲ ਗਈ। ਮੈਂ ਧਾਰੀਵਾਲ ਸਾਹਿਬ ਨੂੰ ਵੀ ਕਹਾਂਗਾ ਕਿ ਭਾਈ ਮੇਰੇ ਨਾਲ ਦੁਸ਼ਮਣੀ ਪਾਉਣ ਦਾ ਕੋਈ ਫਾਇਦਾ ਨਹੀਂ, ਤੁਸੀਂ ਅੰਗਰੇਜ਼ ਕਰੋ, ਤੁਸੀਂ ਆਪਣਾ ਇਲੈਕਸ਼ਨ ਲੜੋ, ਜਿੱਤ ਕੇ ਆਓ, ਰਾਣੇ ਨੂੰ ਖੁਸ਼ੀ ਹੋਊਗੀ। ਰਾਣੇ, ਤੁਸੀਂ ਕਹਿੰਦੇ ਹੋ ਵੀ ਕਾਂਗਰਸ ਦੇ ਵਰਕਰਾਂ ਦਾ ਸਨਮਾਨ ਹੋਣਾ ਚਾਹੀਦਾ, ਪਰ ਜੇਕਰ ਹਲਕਾ ਫਗਵਾੜਾ ਦੀ ਗੱਲ ਕਰੀਏ, ਤੁਹਾਡੇ ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਹੈਗੇ ਆ ਕਪੂਰਥਲਾ ਦੇ ਦਲਜੀਤ ਰਾਜੂ, ਉਹਨਾਂ ਦਾ ਤੁਹਾਡੇ ਕਾਂਗਰਸੀ ਲੀਡਰਾਂ ਵੱਲੋਂ ਜਿਹੜਾ ਕਿ ਥਾਣੇ ਦਾ ਘਿਰਾਓ ਕਰਕੇ ਉੱਤੇ ਪਰਚਾ ਕਰਾਇਆ ਗਿਆ ਹੈਗਾ, ਤੇ ਕਿਸ ਤਰ੍ਹਾਂ ਦੇਖਦੇ ਹੋ ਇੱਦਾਂ ਕਾਂਗਰਸ ਮੌਜੂਦ ਹੋ ਸਕਦੀ ਆ? ਇਹ ਤਾਂ ਹੁਣ ਧਾਰੀਵਾਲ ਸਾਹਿਬ ਦੱਸਣਗੇ ਕਿ ਵੀ ਜਿਹਨਾਂ ਤੇ ਪਰਚਾ ਕਰਾਇਆ ਉਹਦੇ ਨਾਲ ਚੱਲਣਗੇ ਕਿ ਨਹੀਂ ਚੱਲਣਗੇ। ਜੇ ਨਹੀਂ ਚੱਲਣਗੇ ਤਾਂ ਨੁਕਸਾਨ ਹੋਊਗਾ। ਨਹੀਂ ਹੋਣਾ ਚਾਹੀਦਾ, ਮਨਾ ਲੈਣਾ ਚਾਹੀਦਾ ਯਾਰ ਜਾ ਕੇ ਧਾਰੀਵਾਲ ਸਾਹਿਬ ਦੇ ਨਾਲ। ਜਿਹੜੇ ਜਿਹੜੇ ਗੁੱਸੇ ਆ, ਅਸੀਂ ਵੀ ਤਾਂ ਮਨਾਈਦੇ ਆ। ਪਰ ਜਿਹੜੀ ਕਾਂਗਰਸ ਗੁੱਸੇ ਹੋਈ ਹੈ ਇਸ ਵੇਲੇ ਫਗਵਾੜਾ ਦੇ ਵਿੱਚ, ਉਹ ਤਾਂ ਤੁਹਾਨੂੰ ਦੇਖ ਰਿਹਾ, ਉਹ ਕਹਿੰਦੇ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਤੇ ਉਹ ਸੋਚ ਰਿਹਾ ਵੀ ਸ਼ਾਇਦ ਰਾਣਾ ਗੁਰਜੀਤ ਸਿੰਘ ਸਾਡੀ ਬਾਂਹ ਫੜੇ, ਕਿਸ ਦਿਨ ਸਾਨੂੰ ਆਵੇ, ਸਾਨੂੰ ਮਨਾਵੇ, ਸਾਨੂੰ ਗਾਈਡ ਕਰਨ। ਉਹ ਤਾਂ ਉਡੀਕ ਕਰ ਰਹੇ ਤੁਹਾਡੀ ਵੀ ਜਦ ਤਾਈਂ ਧਾਰੀਵਾਲ ਸਾਹਿਬ ਮੇਰੇ ਕੋਲ ਨਹੀਂ ਆਉਂਦੇ, ਆ ਕੇ ਬੇਨਤੀ ਨਹੀਂ ਕਰਦੇ, ਤਾਂ ਮੈਂ ਯਾਰ ਆਪਣੇ ਬੇਗਾਨੀ ਸ਼ਾਦੀ में ਅਬਦੁੱਲਾ ਦੀਵਾਨਾ, ਮੈਂ ਕਿੱਦਾਂ ਹੋ ਸਕਦਾ ਯਾਰ? ਇਹ ਸ਼ਾਦੀ ਉਹਦੀ ਆ, ਮੈਂ ਨੱਚੀ ਜਾਵਾਂ ਅੱਗੇ ਅੱਗੇ, ਇਹ ਨਹੀਂ ਹੋਣਾ। ਜੇ ਢਾਲੀਵਾਲ ਸਾਹਿਬ ਆਪਣੇ ਬੰਦੇ ਲੈ ਕੇ ਆਉਂਦੇ ਆ, ਤੁਹਾਡੇ ਕੋਲ ਰਿਕੁਐਸਟ ਕਰਦੇ ਆ ਵੀ ਰਾਣਾ ਜੀ ਮਦਦ ਕਰੋ, ਤੇ ਫਗਵਾੜੇ ਜਾਓਗੇ? ਮੈਂ ਉਹਨਾਂ ਦੇ ਬੰਦਿਆਂ ਨੂੰ ਮਨਾਉਣ ਲਈ ਜਾਊਂਗਾ। ਮੇਰੀ ਡਿਊਟੀ, ਮੇਰੀ ਬਾਤ ਹੈ ਫਗਵਾੜੇ 'ਚ, मेरी बात है। जे मेरी बात है तो ਧਾਰੀਵਾਲ ਸਾਹਿਬ ਆਊਗਾ, ਜੇ नहीं है तो नहीं ਆਊਗਾ। ਜੇ ਆਊਗਾ ਫਿਰ ਮੇਰੀ ਡਿਊਟੀ ਬਣਦੀ ਉਹਦੀ ਮਦਦ ਕਰਾਉਣੀ। ਉਹਨਾਂ ਬੰਦਿਆਂ ਦੇ ਘਰਾਂ ਜਾ ਕੇ ਯਾਰ ਜਾਣ ਦਿਓ, ਹੁਣ ਤਾਂ ਰਾਣਾ ਹੱਥ ਜੋੜਦਾ, ਮੰਨ ਜਾਓ, ਕਰਾਂਗਾ। ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਾਂਗਰਸੀ ਉਮੀਦਵਾਰ ਉਹ ਤਰਲੇ ਕੱਢ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਸਾਨੂੰ ਟਾਈਮ ਦੇ ਦੇਣ, ਸਾਡੀ ਕੰਪੇਨਿੰਗ ਕਰਨ, ਸਾਡੀਆਂ ਰੈਲੀਆਂ ਕਰਨ, ਸਾਡੇ ਹਲਕਿਆਂ 'ਚ ਹੋਣ। ਪਰ ਰਾਣਾ ਗੁਰਜੀਤ ਸਿੰਘ ਇੱਕ ਇਹੋ ਜਿਹਾ ਸਟਾਈਲ ਦੇਖਿਆ ਤੁਸੀਂ ਤਾਂ, ਜਿਹੜੇ ਕਪੂਰਥਲੇ ਵਿੱਚ ਬੋਰਡ ਲੱਗੇ ਆ ਉਹਦੇ ਵਿੱਚ ਫੋਟੋ ਉਡਾਤੀ ਪ੍ਰਧਾਨ ਸਾਹਿਬ ਦੀ। ਬਿਲਕੁਲ ਠੀਕ ਹੈ, ਪ੍ਰਧਾਨ ਸਾਹਿਬ ਨੇ ਰਾਣੇ ਨੂੰ ਦਿਲ ਤੋਂ ਉਡਾਇਆ, ਰਾਣੇ ਨੇ ਬੋਰਡ ਤੋਂ ਉਡਾਤਾ, ਬਸ ਇੰਨਾ ਹੀ ਫਰਕ ਹੈ ਯਾਰ। ਉਹ ਮੈਂ ਵੀ ਤਾਂ ਉਹੋ ਜਿਹਾ ਕਾਂਗਰਸੀ ਹਾਂ, ਮੈਂ ਕਾਂਗਰਸ। ਇਹ ਤਾਂ ਕੱਲ੍ਹ ਹੁਣ ਜਦੋਂ ਵੀ ਆਏ ਆ, ਰਾਣਾ ਕੱਲ੍ਹ ਦਾ ਕਾਂਗਰਸੀ ਆ। ਤੁਸੀਂ ਮਹਾਰਾਜਾ ਸਾਹਿਬ ਚਲੇ ਗਏ, ਇਹ ਕਹਿੰਦਾ ਵੀ ਮੈਂ ਸਾਰੇ ਕੱਢ ਦੇਣੇ ਆ, ਰਾਣਾ ਰਾਜਾ ਰਾਣਾ ਰਹਿਣ ਨਹੀਂ ਦੇਣਾ। ਸੁਲਤਾਨਪੁਰ 'ਚ ਕਿਹਾ ਸੀ ਨਾ, ਤੇ ਰਾਣਾ ਸੁਲਤਾਨਪੁਰ 'ਚ ਗਿਆ, ਕਪੂਰਥਲੇ ਤੋਂ ਪਹਿਲਾਂ ਹੀ ਸੀਗਾ। ਬੋਰਡ 'ਤੇ ਨਹੀਂ ਨਾ। ਜੇ ਸਾਡੇ ਲਈ ਉਹਦੇ ਮਨ 'ਚ ਕੋਈ ਸਤਿਕਾਰ ਨਹੀਂ, ਤੇ ਯਾਰ ਮੈਂ ਫੋਟੋਆਂ ਲਾਉਂਦਾ ਫਿਰਾਂ, ਮੈਂ ਪਾਗਲ ਹਾਂ।
ਰਾਣਾ ਜੀ ਇਦਾਂ ਦੀ ਗੱਲ ਨਹੀਂ ਕਦੇ ਦੇਖੀ ਹੈਗੀ, ਚਾਹੇ ਕਿਸੇ ਲੀਡਰ ਦੀ ਵੀ ਗੱਲ ਕਰ ਲਈਏ, ਚਾਹੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਕਿ ਸਭ ਤੋਂ ਵੱਡਾ ਲੀਡਰ ਆ, ਵੀ ਉਹਨਾਂ ਨੇ ਵੀ ਇਦਾਂ ਲੀਕ ਵਾਹ ਕੇ ਰਾਜਨੀਤੀ ਨਹੀਂ ਕੀਤੀ। ਉਹ ਵੀ ਦੇਖ ਲੈਂਦੇ ਸੀ, ਕਿਤੇ ਪੈਰ ਪਿੱਛੇ ਕਰਨਾ ਪਿੱਛੇ ਕਰ ਲੈਂਦੇ ਸੀ, ਅੱਗੇ ਆਉਣਾ ਅੱਗੇ ਆ ਜਾਂਦੇ ਸੀ। ਵੇਖੋ, ਰਾਣਾ ਗੁਰਜੀਤ ਸਿੰਘ ਨੂੰ ਇਸ ਰਾਜ ਦੇ ਵਿੱਚ ਥੋੜਾ ਪਿੱਛੇ ਕੀਤਾ ਗਿਆ। ਚਲੋ ਮੈਂ ਖੁਸ਼ ਹਾਂ, ਮੈਂ ਸੁਲਤਾਨਪੁਰ, ਕਪੂਰਥਲਾ, ਸਿੱਕੀ ਸਾਹਿਬ ਦੇ ਖਡੂਰ ਸਾਹਿਬ ਉਹਨਾਂ ਨੂੰ ਟਿਕਟ ਮਿਲੀ ਆ, ਉਹਨਾਂ ਨੂੰ ਵਧਾਈ ਵੀ ਦਿੰਦਾ। ਵਧੀਆ ਬੰਦਾ ਆ, ਮੇਰਾ ਬੰਦਾ ਆ, ਉੱਥੇ ਕਰਾਂਗਾ ਕੰਪੇਨ। ਮੇਰਾ ਬੰਦਾ ਕੀ ਯਾਰ, ਮੇਰੇ ਛੋਟੇ ਵੀਰ ਨੇ, ਮੇਰੇ ਪੁੱਤਰਾਂ ਵਰਗੇ ਆ, ਲਾਡੀ ਜੀ ਆ, ਰਿੰਕੂ ਜੀ ਆ, ਤਰਲੋਚਨ ਸਿੰਘ ਸੂੰਢ ਦੀ ਵੀ ਮੈਨੂੰ ਇੰਨੀ ਖੁਸ਼ੀ ਹੋਈ ਟਿਕਟ ਦੀ। ਹਾਰਾਂ ਜਿੱਤਾਂ ਮਾਲਕ ਦੇ ਹੱਥ 'ਚ ਹੈ, ਰੱਬ ਕਰੇ ਉਹ ਜਿੱਤੇ, ਉਹ ਰਾਣਾ ਉਹਦੀ ਕੰਪੇਨ ਕਰੂਗਾ। ਇਹ ਯਾਰ ਮੈਨੂੰ ਖੁਸ਼ੀ ਮਿਲਦੀ ਆ ਕੰਮ ਕਰਕੇ। ਮੈਨੂੰ ਇਹ ਨਹੀਂ ਕਿ ਰਾਤ ਨੂੰ 12 ਵੱਜ ਜਾਣੇ ਆ, ਮੈਂ ਸੌਂਗਾ ਕਦੋਂ, ਮੈਂ ਜਾਗੂਗਾ ਕਦੋਂ। 6 ਵਜੇ ਫਿਰ ਤਿਆਰ ਆਪਾਂ। ਇਹ ਹੁਣ ਯੁੱਧ ਆ, ਆਪਣੇ ਬੰਦੇ ਲਈ ਯੁੱਧ ਲੜੂੰਗਾ। ਰਾਣਾ ਜੀ ਘੁੰਡੀ ਤਾਂ ਹੁਣ ਅੜ ਗਈ ਆ ਭਲੱਥ ਦੇ ਵਿੱਚ, ਇਹ ਤਾਂ ਤੁਸੀਂ ਕਹਿੰਦੇ ਵੀ ਤੁਹਾਡੇ ਛੋਟੇ ਵੀਰ ਆ, ਪਰ ਗੋਰਾ ਗਿੱਲ ਤਾਂ ਤੁਹਾਡੇ ਪੁੱਤਰਾਂ ਵਾਂਗ ਆ। ਜਿੱਦਾਂ ਦਾ ਰਾਣਾ ਇੰਦਰ ਪ੍ਰਤਾਪ ਸਿੰਘ ਉਦਾਂ ਦਾ, ਕਿਉਂਕਿ ਮੈਂ ਦੇਖਿਆ ਅਕਸਰ ਇੱਥੇ ਆਉਂਦਾ ਸੀ, ਉਹ ਇੱਜ਼ਤ ਮਾਣ ਬੜਾ ਕਰਦਾ। ਪਰ ਹੁਣ ਤੁਸੀਂ ਵੱਜ ਗਏ ਆ ਪਾਰਟੀਆਂ ਦੇ ਵਿੱਚ, ਤੇ ਭਲੱਥ ਦੇ ਵਿੱਚ ਜਾਓਗੇ ਜਾਂ ਕੀ ਹੋ ਸਕਦਾ? ਦੇਖੋ, ਜੇ ਤੱਕ ਉਹ ਸੁਖਪਾਲ ਮੈਨੂੰ ਚੈਲੰਜ ਕਰੇ ਕਿ ਆ ਤੂੰ ਇੱਥੇ, ਫਿਰ ਤਾਂ ਮੇਰੀ ਮਜਬੂਰੀ ਹੋ ਜੂਗੀ, ਜਾਊਂਗਾ। ਜੇ ਚੈਲੰਜ ਨਹੀਂ ਕੀਤਾ ਤਾਂ ਮੇਰਾ ਧਰਮ ਨਹੀਂ ਬਣਦਾ ਉੱਥੇ ਜਾਣਾ, ਕਿਉਂਕਿ ਉਹ ਇੱਕ ਦੂਜੀ ਪਾਰਟੀ ਤੋਂ ਲੜ ਰਿਹਾ। ਜੇ ਆਜ਼ਾਦ ਲੜਦਾ ਹੁੰਦਾ ਤਾਂ ਮਦਦ ਕਰਨੀ ਹੋਰ ਗੱਲ ਆ। ਅੱਜ ਯਾਰ ਉਹ ਗੋਰਾ ਗਿੱਲ ਮੇਰੀ ਪਾਰਟੀ ਤੋਂ ਨਹੀਂ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੋਂ ਲੜ ਰਿਹਾ। ਰਾਣਾ ਉੱਥੇ ਕਿੱਦਾਂ ਜਾ ਸਕਦਾ? ਹਾਂ, ਜੇ ਉਹਨੇ ਮੈਨੂੰ ਚੈਲੰਜ ਕੀਤਾ ਫਿਰ ਮਜਬੂਰੀ ਹੋ ਜਾਣੀ ਮੇਰੀ। ਰਾਣਾ ਜੀ ਕਦੇ ਚਿਹਰੇ ਤੇ ਕਦੇ ਆਈ ਨਹੀਂ ਗਰਮੀ? ਪਹਿਲਾਂ ਤਾਂ ਹਾਈ ਕਮਾਂਡ BCC ਟਿਕਟਾਂ ਦੀ ਵੰਡ ਨੂੰ ਲੈ ਲੂ ਕੇ, ਹੁਣ ਤਾਂ ਉਹ ਵੀ ਵਿਹਲੇ ਹੋ ਗਏ ਆ। ਉਹਨਾਂ ਨੇ ਵੀ ਆਉਣਾ ਤੁਹਾਡੇ ਕੋਲ, ਵੱਡੇ ਲੀਡਰਾਂ ਨੇ ਆਉਣਾ ਵੀ ਇਦਾਂ ਨਾ ਤੁਸੀਂ ਕਰੋ, ਫਿਰ ਤੁਹਾਨੂੰ ਪਿੱਛੇ ਹੋਣਾ ਪੈ ਸਕਦਾ। ਪਿੱਛੇ ਕਿੱਥੋਂ? ਸੁਲਤਾਨਪੁਰ ਤੋਂ? ਸੁਲਤਾਨਪੁਰ ਤੋਂ ਵੀ, ਬਾਕੀ ਹਲਕਿਆਂ ਦੇ ਵਿੱਚ ਵੀ ਕਹਿਣ। ਬਾਕੀ ਹਲਕਿਆਂ 'ਚ ਤਾਂ ਮੈਂ ਕਿਤੇ ਜਾ ਨਹੀਂ ਰਿਹਾ, ਮੈਂ ਤਾਂ ਸੁਲਤਾਨਪੁਰ ਜਾ ਰਿਹਾ ਨਾ, ਉੱਥੋਂ ਨਹੀਂ ਮੈਂ ਹਟੂੰਗਾ ਚਾਹੇ ਕੋਈ ਆ ਜਾਵੇ। ਯਾਰ ਬੜੀ ਮੈਨੂੰ ਕਹਿਣਗੇ ਕਿ ਕਪੂਰਥਲਾ ਨਾਲ ਲੜ, ਮੈਂ ਸਰੈਂਡਰ ਕਰ ਦੂੰਗਾ। ਮੈਂ ਸਿਪਾਹੀ ਹਾਂ। ਪਰ ਰਾਣਾ ਜੀ ਕਪੂਰਥਲਾ ਸਾਡੀ ਜੱਦੀ ਪੁਸ਼ਤੀ ਸੀਟ ਆ, ਜਿੱਥੇ ਤੁਸੀਂ ਜਿੱਤਦੇ ਆਏ ਹੋ, ਰਿਕਾਰਡ ਆ। ਵਿਰੋਧੀ ਪਾਰਟੀਆਂ ਨੂੰ ਵੀ ਬਿਫਤਾ ਹੁੰਦੀ ਆ, ਤੁਸੀਂ ਕਹਿੰਦੇ ਵੀ ਕਪੂਰਥਲਾ ਛੱਡ ਦੇਣਾ, ਪਰ ਸੁਲਤਾਨਪੁਰ ਲੋਧੀ ਨਹੀਂ ਛੱਡਣਾ। ਕੀ ਮੰਨਿਆ ਜਾਵੇ? ਕਪੂਰਥਲਾ ਕਦੇ ਵੀ ਨਹੀਂ ਛੱਡਣਾ। ਮੈਂ ਇੱਕ ਗੱਲ ਕੀਤੀ ਆ, ਕਪੂਰਥਲਾ ਮੇਰੀ ਜਾਨ ਆ, ਮੈਂ ਕਪੂਰਥਲੇ ਵਾਲਿਆਂ ਦੀ ਜਾਨ ਆ, ਲੇਕਿਨ ਮੈਂ ਗੱਲ ਕਰਦਾ ਕਿ ਸੁਲਤਾਨਪੁਰ ਤੋਂ ਪਿੱਛੇ ਨਹੀਂ ਹਟਣਾ। ਸੋ ਇਹ ਸਨ ਰਾਣਾ ਗੁਰਜੀਤ ਸਿੰਘ, ਜੋ ਕਿ ਇਸ ਵੇਲੇ ਪੂਰੇ ਪੰਜਾਬ ਦੀ, ਪੂਰੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵੱਸਦੇ ਆ, ਉਹਨਾਂ ਦੀਆਂ ਜਿਹੜੀਆਂ ਨਜ਼ਰਾਂ ਸੁਲਤਾਨਪੁਰ ਲੋਧੀ ਟਿਕੀਆਂ ਆ। ਜੇਕਰ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਕੋਈ ਪੱਤਰਕਾਰ ਜਾ ਕੇ ਉਹਨਾਂ ਮੂਹਰੇ ਮਾਈਕ ਕਰਦਾ ਤੇ ਰਾਣਾ ਗੁਰਜੀਤ ਸਿੰਘ ਬਾਰੇ ਕੋਈ ਸਵਾਲ ਪੁੱਛਦਾ ਵੀ ਕੀ ਕਹੋਗੇ, ਤਾਂ ਵੱਡੇ ਵੱਡੇ ਲੀਡਰ ਵੀ ਮੂੰਹ ਬੰਦ ਕਰ ਲੈਂਦੇ। ਉਹ ਕਹਿੰਦੇ ਨੋ ਕਮੈਂਟ, ਅਸੀਂ ਰਾਣਾ ਗੁਰਜੀਤ ਸਿੰਘ ਬਾਰੇ ਨਹੀਂ ਬੋਲਣਾ। ਜੇਕਰ ਆਪਾਂ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਪ੍ਰਧਾਨ ਆ, ਜਿਨ੍ਹਾਂ ਨੇ ਥਾਪੀ ਵੀ ਦਿੱਤੀ ਸੀਗੀ ਕਿ ਨਵਤੇਜ ਸਿੰਘ ਚੀਮਾ ਨੂੰ ਜਿਤਾਉਣਾ, ਪੀਲੀ ਜੈਕਟ ਪਾਈ ਆ, ਜਦੋਂ ਇਹ ਜੈਕਟ ਪਾ ਕੇ ਦਹਾੜ ਮਾਰਦਾ ਥਾਣੇਦਾਰ ਦਾ ਪਿਸ਼ਾਬ ਨਿਕਲ ਜਾਂਦਾ, ਇੱਥੇ ਤਾਂ ਗੱਲਾਂ ਕਹੀਆਂ ਸੀ, ਤਾਂ ਉਹਨਾਂ ਨੂੰ ਵੀ ਇੱਕ ਵੱਡੇ ਪੱਤਰਕਾਰ ਨੇ ਪੁੱਛਿਆ ਤੇ ਉਹ ਕਹਿੰਦੇ ਵੀ ਇਸ ਗੱਲ ਤੇ ਮੈਂ ਕਮੈਂਟ ਨਹੀਂ ਕਰਨਾ। ਰਾਣਾ ਜੀ ਇਸ ਗੱਲ ਨੂੰ ਕੀ ਮੰਨਿਆ ਜਾਵੇ? ਨਹੀਂ ਤਾਂ ਹਮੇਸ਼ਾ ਹੀ ਕੋਈ ਨਾ ਕੋਈ ਲੀਡਰ ਕੋਈ ਸਿਆਸੀ ਜਵਾਬ ਦੇ ਸਕਦਾ, ਕੋਈ ਨਹੀਂ, ਦੇਖਾਂਗੇ, ਸੋਚਾਂਗੇ, ਅਸੀਂ ਜਾਵਾਂਗੇ, ਮਨਾਵਾਂਗੇ। ਰਾਣਾ ਗੁਰਜੀਤ ਸਿੰਘ ਦੇ ਸਵਾਲ ਤੇ ਇਹੀ ਹੁੰਦਾ ਵੀ ਨੋ ਕਮੈਂਟ। ਦੇਖੋ, ਸਿਆਣਾ ਬੰਦਾ ਹੁੰਦਾ ਜਿਹੜਾ ਲੜਾਈ ਨੂੰ ਨਾ ਵਧਾਵੇ। ਸਿੱਧੂ ਸਾਹਿਬ ਸਾਡੇ ਸਤਿਕਾਰਯੋਗ ਪ੍ਰਧਾਨ ਆ, ਅਕਲਮੰਦ ਨੇ, ਮੈਂ ਤਾਂ ਇੰਨਾ ਹੀ ਕਹੂੰਗਾ। ਸੋ ਆਖਰ ਵਿੱਚ ਖਾਸ ਤੌਰ ਤੇ ਦੋ ਹਲਕਿਆਂ ਦੇ ਵਿੱਚ ਕਪੂਰਥਲਾ ਦੇ ਸੁਲਤਾਨਪੁਰ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ? ਵੋਟਰਾਂ ਨੂੰ, ਸੁਲਤਾਨਪੁਰ ਵਾਲਿਆਂ ਨੂੰ ਵੀ ਪਤਾ, ਕਪੂਰਥਲੇ ਵਾਲਿਆਂ ਨੂੰ ਪਤਾ। ਕਪੂਰਥਲਾ ਵਾਲਿਆਂ ਦੇ ਤਾਂ ਚਰਨਾਂ 'ਚ ਜੁੜ ਕੇ ਰਿਹਾ ਰਾਣਾ। 22 ਸਾਲ ਹੋ ਗਏ, ਮੈਂ ਇਹਨਾਂ ਦੇ ਮੂੰਹ ਵੱਲ ਵੇਖਿਆ ਨਹੀਂ, ਚਰਨਾਂ 'ਚ ਹੀ ਵੇਖਿਆ। ਜੋ ਇਹਨਾਂ ਨੇ ਹੁਕਮ ਕੀਤਾ ਉਹਦੀ ਮੈਂ ਪਾਲਣਾ ਕੀਤੀ ਹੈ। ਔਰ ਰਹੀ ਗੱਲ ਸੁਲਤਾਨਪੁਰ ਦੀ, ਕਈ ਦਫਾ ਆਪਾਂ ਕੰਮ ਕਰੀਦਾ ਤੇ ਸੋਚੀਦਾ ਯਾਰ ਆਪਾਂ ਐਵੇਂ ਹੀ ਕਰਦੇ ਰਹਿ ਗਏ, ਐਵੇਂ ਹੀ ਕਰਦੇ ਰਹਿ ਗਏ। ਐਵੇਂ ਕੁਛ ਨਹੀਂ ਹੁੰਦਾ। ਮੈਂ RCF ਗਿਆ, ਉੱਥੇ ਇੱਕ ਬੱਚਾ ਮਿਲਿਆ, ਨੌਜਵਾਨ ਦਾ ਮਤਲਬ 40 ਸਾਲ ਦਾ ਉਹ। ਕਹਿੰਦਾ ਮੈਂ 2007 'ਚ ਨੌਕਰੀ ਜੁਆਇਨ ਕੀਤੀ ਤੇ 2006 ਦੇ ਕਿਸੇ
ਸੁਣੇ। ਮੈਂ ਸੋਚਦਾ ਸੀ ਕਦੇ ਰਾਣੇ ਨੂੰ ਵੋਟ ਪਾਉਣ ਦਾ ਮੌਕਾ ਮਿਲੇ। ਕਹਿੰਦਾ ਰਾਣਾ ਜੀ ਤੁਸੀਂ ਤਾਂ ਐਵੇਂ ਹੀ ਤੁਰੇ ਫਿਰਦੇ ਹੋ, ਉੱਥੇ ਕੀ ਲੈਣ ਆਏ ਹੋ, ਅਸੀਂ ਤਾਂ ਆਪ ਵੋਟਾਂ ਪਾਉਣੀਆਂ। ਆਰਸ਼ੀਪ ਦੀ ਗੱਲ ਕਰ ਰਿਹਾ ਮੈਂ। ਰਹਿਣੀ ਹੈ ਯਾਰ ਇਹਨਾਂ ਲੋਕਾਂ ਦਾ। ਜੇ ਲੋਕਾਂ ਦੇ ਵਿਚਰੋ, ਉਹਨਾਂ ਦੇ ਕੰਮ ਕਰੋ, ਉਹਨਾਂ ਨਾਲ ਖੜੇ ਹੋ, ਤਾਂ ਲੋਕ ਤੁਹਾਨੂੰ ਕਦੇ ਮਨੋਂ ਨਹੀਂ ਵਿਸਾਰਦੇ। ਤੇ ਮੈਂ ਕਪੂਰਥਲੇ 'ਚ ਜਿੱਦਾਂ ਕੰਮ ਕਰਦਾ, ਉੱਦਾਂ ਇੰਦਰ ਪ੍ਰਤਾਪ ਤਕੜਾ ਹੋ ਕੇ ਸੁਲਤਾਨਪੁਰ ਹਲਕੇ 'ਚ ਕੰਮ ਕਰੇਗਾ। ਜਿਹੜੇ ਉਮੀਦਵਾਰ ਜਾਂ ਜਿਹੜੇ ਲੀਡਰ ਸੋਚਦੇ ਆ ਵੀ ਅਸੀਂ ਜਿੱਤਦੇ ਨਹੀਂ, ਉਹਨਾਂ ਲਈ ਇੱਕ ਬਹੁਤ ਵੱਡਾ ਫਾਰਮੂਲਾ ਅੱਜ ਰਾਣਾ ਗੁਰਜੀਤ ਸਿੰਘ ਨੇ ਤੁਹਾਨੂੰ ਦੱਸਤਾ ਵੀ ਜੇ ਤੁਸੀਂ ਲੋਕਾਂ 'ਚ ਵਿਚਰੋਗੇ, ਡਾਊਨ ਟੂ ਅਰਥ ਰਹੋਗੇ, ਲੋਕਾਂ ਦੀ ਆਵਾਜ਼ ਸੁਣੋਗੇ, ਲੋਕਾਂ ਨੂੰ ਪਿਆਰ ਕਰੋਗੇ, ਤੁਸੀਂ ਜਿੱਤ ਸਕਦੇ ਆ। ਪਰ ਜਦੋਂ ਤੁਸੀਂ ਹਲਕੇ 'ਚੋਂ ਬਾਹਰ ਚਲੇ ਜਾਂਦੇ ਹੋ, ਨਹੀਂ ਫਿਕਰ ਕਰਦੇ, ਤਾਂ ਉਹਨਾਂ ਲਈ ਮੁਕਾਬਲਾ ਬਣ ਜਾਂਦਾ। ਕੈਮਰਾਮੈਨ ਸੁਖਨੰਦਨ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਕਪੂਰਥਲਾ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9915043150